ਸਟਾਰਟਅਪ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਨਵਾਂ ਸਟਾਰਟਅਪ ਦਾ ਐਪੀਸੋਡ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਅੱਜ ਆਪਾਂ ਗੱਲ ਕਰਾਂਗੇ ਜਿਹੜੀ ਕੈਨੇਡੀਅਨ ਇਕੋਨਮੀ ਆ, ਕਿਉਂਕਿ ਕੋਵਿਡ-19 ਦਾ ਸਮਾਂ ਚੱਲ ਰਿਹਾ ਹੈ ਅਤੇ ਕੋਵਿਡ-19 ਤੋਂ ਪੈਂਡੇਮਿਕ ਦੇ ਨਾਲ ਕੈਨੇਡੀਅਨ ਆਰਥਿਕਤਾ 'ਤੇ ਕੀ ਫਰਕ ਪਿਆ ਹੈ, ਕਿਹੜੇ ਜਿਹੜੇ ਮੁੱਖ ਪਹਿਲੂ ਨੇ, ਜਿਵੇਂ ਕਿ ਰੀਅਲ ਸਟੇਟ ਹੋ ਗਈ, ਇਮੀਗ੍ਰੇਸ਼ਨ ਹੋ ਗਿਆ, ਇੰਟਰਨੈਸ਼ਨਲ ਸਟੂਡੈਂਟਾਂ ਦਾ ਕਾਫੀ ਚੱਲ ਰਿਹਾ ਵੀ ਜਿਹੜੇ ਇਸ ਵਾਰ ਆ ਨਹੀਂ ਰਹੇ, ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਪਹਿਲੂ ਨੇ ਜਿਹੜੇ ਕਿ ਕੈਨੇਡੀਅਨ ਇਕੋਨਮੀ ਨੂੰ ਇਫੈਕਟ ਕਰ ਰਹੇ ਨੇ, ਕਿਉਂਕਿ ਕੈਨੇਡੀਅਨ ਇਕੋਨਮੀ ਸਲੋ ਡਾਊਨ ਹੋ ਗਈ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਵੀ 2020 ਇਸੇ ਤਰ੍ਹਾਂ ਹੀ ਚੱਲਣਾ। ਸੋ ਇਹਨਾਂ ਸਾਰੀਆਂ ਪਹਿਲੂਆਂ 'ਤੇ ਚਰਚਾ ਕਰਾਂਗੇ। ਤਾਂ ਮੇਰੇ ਨਾਲ ਅੱਜ ਫਿਰ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਸਿੰਘ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਪਹਿਲਾਂ ਤਾਂ ਤੁਸੀਂ ਦੱਸੋ ਜੀ, ਤੁਹਾਡੀ ਕਿਵੇਂ ਚੱਲ ਰਿਹਾ? ਬਿਲਕੁਲ ਠੀਕ ਹੈ ਜੀ, ਸਾਰਿਆਂ ਦਾ ਇੱਕੋ ਜਿਹਾ ਹਾਲ ਹੈ। ਪੈਂਡੇਮਿਕ ਦੇ ਵਿੱਚ ਆਪਾਂ ਸਾਰੇ ਸਲੋ ਡਾਊਨ ਹੋ ਚੁੱਕੇ ਹਾਂ, ਪਰ ਆਪਾਂ ਓਪਨਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਦ ਮੈਂ ਵਰਲਡ ਇਕਨੋਮੀ ਨੂੰ ਆਪਾਂ ਦੇਖਦੇ ਹਾਂ, ਜਾਂ ਆਪਾਂ ਈਵਨ US ਖਾਸ ਕਰ ਨਾਰਥ ਅਮਰੀਕਾ ਦੀ ਜਿਹੜੀ ਇਕਨੋਮੀ ਹੈ, ਉਹ ਕਹਿੰਦੇ ਵੀ ਉਹ 0.3% ਤੱਕ ਉਹ ਕੰਸਟਰਕਟ ਕਰ ਸਕਦੀ ਹੈਗੇ ਜਾਂ ਗਰੋ ਕਰੂਗੀ। ਨਹੀਂ, ਉਹ ਕੰਸਟਰਕਟ ਕਰ ਸਕਦੀ। ਅੱਛਾ, ਠੀਕ ਹੈ। ਉਹ ਸੋ ਇਸ ਟਾਈਮ ਗਰੋ ਕਰਨ ਦੀ ਤਾਂ ਆਪਾਂ ਗੱਲ ਨਹੀਂ ਕਰਾਂਗੇ। ਮਤਲਬ ਉੱਥੇ ਵੀ ਉਹ ਸਸਟੇਨ ਰਵੇ ਤਾਂ ਵੀ ਠੀਕ ਹੈ। ਹਾਂਜੀ, ਸਸਟੇਨ ਵੀ ਨਹੀਂ ਰਹੇਗੀ ਜੀ, ਹਾਂਜੀ, ਘਟੇਗੀ। ਠੀਕ ਹੈ। ਸੋ ਇਹ ਚੀਜ਼ਾਂ, ਪਰ ਇਹਦੇ ਕਈ ਪਹਿਲੂ ਨੇ ਜਿਹੜੀ ਚੀਜ਼ਾਂ ਪਿੱਛੇ ਕਿਉਂ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਮੂਵਮੈਂਟ ਆਫ ਦਾ ਪਾਪੂਲੇਸ਼ਨ, ਜਦ ਤੱਕ ਇਹ ਜਿਹੜਾ ਇਹ ਅਸੀਂ ਗਲੋਬਲ ਵਿਲੇਜ ਬਣ ਚੁੱਕੇ ਹਾਂ, ਸੋ ਸਾਡੇ ਵਾਸਤੇ ਅੱਜ ਕੱਲ੍ਹ ਮੂਵ ਕਰਨਾ ਜਿਹੜਾ ਉਹ ਅਸੈਂਸ਼ੀਅਲ ਨਹੀਂ ਹੈਗਾ। ਉਹ ਇੱਕ ਸਾਡੀ ਲਾਈਫ ਸਟਾਈਲ ਹੈ, ਉਹ ਇੱਕ ਜੀਣ ਵਾਸਤੇ, ਇਹ ਜਿਹੜੇ ਇਕਨੋਮੀ ਨੂੰ ਚਲਾਉਣ ਵਾਸਤੇ ਜਿਹੜੀ ਚੀਜ਼ ਵਾਸਤੇ ਇੱਕ ਮੂਵਮੈਂਟ ਬਹੁਤ ਜ਼ਰੂਰੀ ਹੈ ਉਸ ਚੀਜ਼ ਦੀ। ਚਾਹੇ ਉਹ ਗੁੱਡਸ ਦੀ ਮੂਵਮੈਂਟ ਹੈ, ਚਾਹੇ ਉਹ ਐਜ਼ ਅ ਇੰਡੀਵਿਜੂਅਲ ਉਹਨਾਂ ਦੀ ਮੂਵਮੈਂਟਸ ਹੈ। ਜਿਹੜੀਆਂ ਕੰਪਨੀਆਂ ਜਿਹੜੀਆਂ ਹੈ ਨੇ ਉਹ ਸਾਰੀਆਂ ਇੰਟਰਨੈਸ਼ਨਲ ਹੋ ਗਈਆਂ ਨੇ। ਹਰ ਕੰਟੀਨੈਂਟ ਦੇ ਵਿੱਚ, ਹਰ ਕੰਟਰੀ ਦੇ ਵਿੱਚ ਉਹਨਾਂ ਦੇ ਆਫਿਸਿਸ ਨੇ, ਔਰ ਹਰ ਜਗ੍ਹਾ ਤੋਂ ਐਕਸਪੋਰਟ ਇੰਪੋਰਟ, ਮੂਵਮੈਂਟ ਆਫ ਪਾਪੂਲੇਸ਼ਨ, ਇਮੀਗ੍ਰੇਸ਼ਨ, ਇਹ ਸਭ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗੱਲ ਹੈ ਕਿ ਜਿਹੜੀ ਇਕਨੋਮੀ ਹੈ ਉਹ ਕੰਸਟਰਕਟ ਹੋਏਗੀ ਇਸ ਚੀਜ਼ ਦੇ ਕੰਟੈਕਟ ਨਾਲ। ਜੇ ਦੇਖਿਆ ਜਾਵੇ, ਜੇ ਆਪਾਂ ਨਾਰਥ ਅਮਰੀਕਾ ਦੀ ਗੱਲ ਕਰਦੇ, ਜਿੰਨੀਆਂ ਵੀ ਵੱਡੀਆਂ ਕੰਪਨੀਆਂ ਨੇ ਨਾਰਥ ਅਮਰੀਕਾ ਦੀਆਂ, ਉਹਨਾਂ ਦੇ ਜਿਹੜੇ ਹੈੱਡ ਆਫਿਸ ਨੇ, ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਆਪਣੇ ਏਸ਼ੀਆ ਦੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਨੇ, ਜਿਵੇਂ ਚਾਈਨਾ ਹੋ ਗਿਆ, ਤਾਈਵਾਨ ਹੋ ਗਿਆ, ਸਾਊਥ ਕੋਰੀਆ ਹੋ ਗਿਆ। ਸੋ ਜਿਹੜਾ ਇਕੋਨਮੀ ਨੂੰ ਜਿਹਨਾਂ ਦੀ ਪ੍ਰੋਡਕਸ਼ਨ ਹੈ ਖਾਸ ਕਰਕੇ ਉੱਥੇ ਹੋ ਰਹੀ ਹੈ। ਪਰ ਜਿਹੜਾ ਇੰਪੈਕਟ ਪਿਆ ਪੈਂਡੇਮਿਕ ਤੋਂ ਬਾਅਦ ਹੁਣ ਜਿਹੜਾ ਦੇਖਣ ਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ ਨਾਲ ਦੀ ਨਾਲ। ਤਾਂ ਆਪਾਂ ਥੋੜ੍ਹੀ ਜਿਹੀ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਆਪਣੇ ਕੈਨੇਡਾ ਤੋਂ, ਕਿਉਂਕਿ ਕਾਫੀ ਇਸ਼ੂ ਵੀ ਜਿਹੜਾ ਚਰਚਾ ਦੇ ਵਿੱਚ ਹੈ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ। ਹੁਣ ਇਹ ਕਿਹਾ ਜਾ ਰਿਹਾ ਵੀ ਇੰਟਰਨੈਸ਼ਨਲ ਸਟੂਡੈਂਟ ਕੈਨੇਡੀਅਨ ਇਕੋਨਮੀ 'ਚ ਕਾਫੀ ਵੱਡਾ ਹਿੱਸਾ ਪਾਉਂਦੇ ਨੇ। ਕਿਹਾ ਜਾ ਰਿਹਾ ਵੀ ਤਕਰੀਬਨ $22 ਬਿਲੀਅਨ ਦਾ ਜਿਹੜਾ ਹਰ ਸਾਲ ਬਿਜ਼ਨਸ ਹੈ, ਜਿਹੜਾ ਕਾਲਜਿਸ ਐਂਡ ਯੂਨੀਵਰਸਿਟੀਜ਼ ਨੂੰ ਜਿਹੜੀ ਫੰਡਿੰਗ ਹੁੰਦੀ ਆ, ਉਹਨਾਂ ਦੀ ਬੋਰਡਿੰਗ ਐਂਡ ਲੌਜਿੰਗ ਹੋ ਗਈ, ਟਿਊਸ਼ਨ ਫੀਸ ਹੋ ਗਈ, ਸਾਰੇ ਨੂੰ ਲੈ ਕੇ। ਪਹਿਲਾਂ ਤਾਂ ਤੁਸੀਂ ਇਹਦੇ ਬਾਰੇ ਥੋੜ੍ਹੇ ਜਿਹੇ ਆਪਣੇ ਵਿਚਾਰ ਦਿਓ ਵੀ ਇਹਦੇ ਨਾਲ ਕਿੰਨਾ ਕੁ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡੀਅਨ ਇਕੋਨਮੀ ਨੂੰ ਜਿਹੜਾ ਘਾਟਾ ਪਵੇਗਾ। ਗੱਲ ਘਾਟੇ ਦੀ ਨਹੀਂ ਹੈ, ਘਾਟਾ ਤਾਂ ਖੈਰ ਨਹੀਂ ਮਤਲਬ ਪੈਣਾ ਚਾਹੀਦਾ ਹੈ। ਠੀਕ ਹੈ। ਕਿਉਂਕਿ ਜੇ ਟੋਟਲ ਆਪਾਂ ਗੱਲ ਕਰੀਏ ਤਾਂ ਅਰਾਊਂਡ 22 ਬਿਲੀਅਨ ਦੀ ਜਿਹੜੀ ਇੰਡਸਟਰੀ ਬਣ ਚੁੱਕੀ ਹੈ, ਜਿਹੜੀ ਇੰਟਰਨੈਸ਼ਨਲ ਸਟੂਡੈਂਟ ਦੀ ਹੈ। ਔਰ ਉਹਦੇ ਜਿਹੜੇ ਮੇਨ ਦੋ ਕੰਟਰੀ ਨੇ ਜਿਹੜੇ ਉਹਨਾਂ ਨੂੰ ਕੰਟਰੀਬਿਊਟ ਕਰਦੇ ਨੇ, ਇੱਕ ਚਾਈਨਾ ਔਰ ਇੱਕ ਇੰਡੀਆ। ਔਰ ਚਾਈਨਾ ਜਿਹੜੀ ਹੈ ਉਹ 1,40,000 ਸਟੂਡੈਂਟ ਜਿਹੜੇ 2019 ਵਿੱਚ ਆਏ ਸੀ। ਔਰ ਟੋਟਲ ਜੇ 6,42,000 ਸਟੂਡੈਂਟ ਜਿਹੜੇ ਪੜ੍ਹਦੇ ਨੇ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕੈਨੇਡਾ ਦੇ ਵੱਖ-ਵੱਖ ਕੰਟਰੀਜ਼ ਦੇ ਵਿੱਚ। ਹਾਂਜੀ, ਉਹਨਾਂ 'ਚੋਂ 34% ਜਿਹੜਾ ਹੈ ਉਹ ਪੋਰਸ਼ਨ ਜਿਹੜਾ ਹੈ ਦੈਟ ਇਜ਼ ਉਹ ਚਾਈਨੀਜ਼ ਕੰਟਰੀਬਿਊਟ ਕਰਦੇ ਨੇ, ਇੰਡੀਆ ਕਰਦੇ ਨੇ। ਔਰ 22% ਜਿਹੜੇ ਨੇ ਉਹ ਚਾਈਨੀਜ਼ ਸਟੂਡੈਂਟ ਕੰਟਰੀਬਿਊਟ ਕਰਦੇ ਨੇ। ਬਿਲਕੁਲ। ਔਰ ਜਿਹੜੇ ਚਾਈਨੀਜ਼ ਸਟੂਡੈਂਟ ਨੇ ਅਰਾਊਂਡ $4 ਬਿਲੀਅਨ ਕੈਨੇਡਾ ਵਿੱਚ ਪੰਪ ਇਨ ਕਰਦੇ ਨੇ। ਸੋ ਤੁਸੀਂ ਸੋਚੋ ਬਈ ਜੇ ਆਪਾਂ ਜਿਵੇਂ ਕੈਨੇਡਾ ਦਾ ਇੱਕ ਟੀਚਾ ਹੈ ਕਿ 3 ਸਾਲ ਦੇ ਵਿੱਚ ਹੁਣ 1 ਮਿਲੀਅਨ ਇਮੀਗ੍ਰੈਂਟ ਜਿਹੜੇ ਉਹਨਾਂ ਨੇ ਬੁਲਾਉਣੇ ਨੇ। ਸੋ ਜੇ ਪਰ ਮੰਥ ਲਾਈਏ ਤਾਂ ਅਰਾਊਂਡ 3.25 ਲੱਖ ਦੇ ਕਰੀਬ ਤੋਂ 3,25,000 ਤੋਂ 3,40,000 ਦੇ ਪਰ ਈਅਰ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਉਹ। ਸੋ ਅਪ੍ਰੈਲ ਦੇ ਵਿੱਚ ਇਹ ਸਿਰਫ 5,000 ਹੀ ਜਿਹੜੇ ਇਮੀਗ੍ਰੈਂਟ ਉਹ ਆਏ ਸੀ। ਠੀਕ ਹੈ। ਤੁਸੀਂ ਸੋਚੋ ਵੀ ਕਿੱਥੇ ਆਪਾਂ ਨੂੰ ਉਹਨੂੰ ਕੈਚਅਪ ਕਰਨ ਵਾਸਤੇ ਕਿੰਨਾ ਟਾਈਮ ਲੱਗੇਗਾ। ਬਿਲਕੁਲ, ਹਾਂਜੀ। ਔਰ ਇਹਦੇ ਵਿੱਚ ਜਿਹੜਾ ਮੇਨ ਚੀਜ਼ ਹੈ ਕਿ ਜਿਹੜੇ ਚਾਈਨੀਜ਼ ਔਰ ਇੰਡੀਅਨ ਸਟੂਡੈਂਟਸ ਹੈ ਨੇ, ਉਹਦੇ ਇਲਾਵਾ ਜਿਹੜੇ ਬਾਕੀ ਹੋਰ ਨੇ ਉਹ ਛੁੱਟ-ਪੁੱਟ ਜਿਹੜੇ ਬਾਕੀ 12 ਮੇਨ ਕੰਟਰੀ ਨੇ ਜਿਹੜੇ ਜਿੱਥੋਂ ਆਉਂਦੇ ਨੇ, ਬਾਕੀ ਤੋਂ ਬਹੁਤ ਸਾਰੇ ਕੰਟਰੀਜ਼ ਤੋਂ ਲੋਕ ਆਉਂਦੇ ਨੇ। ਹਾਂਜੀ। ਸੋ ਇਹ ਚੀਜ਼ ਅਸਰ ਤਾਂ ਪਏਗਾ ਹੀ ਪਏਗਾ। ਬਿਲਕੁਲ ਜੀ।
ਸੋ ਅਸਰ ਪੈਣ ਦੇ ਨਾਲ ਮੇਨ ਗੱਲ ਹੈ ਕਿ ਜਿਹੜੀ ਹੁਣ ਇਹਨਾਂ ਨੇ ਆ ਜਿਹੜਾ ਪੂਰਾ ਸਾਲ ਹੈ, ਇਸ ਸਾਲ ਵਿੱਚ ਉਹਨਾਂ ਨੂੰ ਵੀਜ਼ੇ ਮਿਲਣੇ, ਕਿਉਂਕਿ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਆਪਣਾ ਜਿਹੜੇ ਕੋਰਸਿਸ ਨੇ ਉੱਥੇ ਰਹਿ ਕੇ ਵੀ ਪੜ੍ਹ ਸਕਦੇ ਹੋ, ਤੁਹਾਨੂੰ ਜਿਹੜਾ ਵਰਕ ਪਰਮਿਟ ਦਾ ਪੂਰਾ ਜਿਹੜਾ ਲਾਹਾ ਉਹ ਮਿਲੇਗਾ ਪੂਰਾ। ਇੱਥੇ ਮੈਂ ਇੱਕ ਹਰਕਿਰਤ ਜੀ ਗੱਲ ਕਰਨੀ ਚਾਹੁੰਦਾ, ਜਿਵੇਂ ਕਿ ਜਿਹੜੀਆਂ ਕੈਨੇਡੀਅਨ ਯੂਨੀਵਰਸਿਟੀਜ਼ ਦੇ CEO ਨੇ ਪੌਲ ਡੇਵਿਡਸਨ, ਉਹਨਾਂ ਦਾ ਇਹ ਕਹਿਣਾ ਵੀ ਇਹਦੇ ਨਾਲ ਜਿਹੜਾ ਇਸ ਪੈਂਡੈਮਿਕ ਦੇ ਨਾਲ ਬਿਲੀਅਨਸ ਆਫ ਡਾਲਰ ਜਿਹੜਾ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀ ਦਾ ਐਟ ਰਿਸਕ ਆ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਉਸ ਹਿਸਾਬ ਨਾਲ ਆ ਨਹੀਂ ਰਹੇ। ਇਸੇ ਤਰ੍ਹਾਂ ਹੀ ਜਿਹੜੀ ਕਾਲਜਸ ਦੀ ਜਿਹੜੀ ਯੂਨੀਅਨ ਆ, ਉਹਦੇ ਜਿਹੜੇ CEO ਨੇ RM ਕੈਨੇਡੀ, ਉਹਨਾਂ ਦਾ ਵੀ ਇਹੀ ਕਹਿਣਾ ਵੀ ਇਸ ਕਰਕੇ ਸਾਨੂੰ ਕਾਫੀ ਵੱਡਾ ਜਿਹੜਾ ਨੁਕਸਾਨ ਹੋ ਸਕਦਾ। ਪਰ ਜਿਹੜੇ ਸਟੂਡੈਂਟ ਨੇ ਉਹ ਤਾਂ ਇਸ ਸਾਲ ਇਨਰੋਲ ਹੋਏ ਨੇ, ਤੇ ਇਹ ਤੁਹਾਡੇ ਹਿਸਾਬ ਦੇ ਨਾਲ ਕਿਵੇਂ ਇਹ ਜਿਹੜਾ ਨੁਕਸਾਨ ਇਹ ਕਹਿ ਰਹੇ ਨੇ ਵੀ ਨੁਕਸਾਨ ਹੋ ਸਕਦਾ, ਵੀ ਕਿਉਂਕਿ ਸਟੂਡੈਂਟਾਂ ਨੇ ਆਪਣੀ ਫੀਸ ਤਾਂ ਭਰਨੀ ਹੈ ਇਸ ਸਾਲ ਲਈ। ਦੇਖੋ ਬੇਸਿਕਲੀ ਗੱਲ ਹੈ ਕਿ ਇਕੱਲੀ ਫੀਸ ਨਾਲ ਨਹੀਂ ਹੈ, ਜਿਹੜਾ ਜੇ ਆਪਾਂ ਕਹੀਏ ਵੀ ਸਪੋਜ਼ ਉਹ ਇਕੱਲੀ $6 ਬਿਲੀਅਨ ਜਾਂ ਫੀਸ ਜਾਂਦਾ ਹੈ ਸਾਰਾ ਦਾ, ਜਿਹੜਾ ਬਾਕੀ ਅਰਾਊਂਡ 15 ਬਿਲੀਅਨ ਹੈ ਉਹ ਇੱਥੇ ਆ ਕੇ ਜੋ ਇਨਵੈਸਟ ਕਰਦੇ ਨੇ, ਉਹ ਇਨਵੈਸਟ ਇਨ ਦਾ ਸੈਂਸ ਇਨ ਦਾ ਟਰਮਸ ਆਫ ਬੋਰਡਿੰਗ, ਲੌਜਿੰਗ, ਬਾਕੀ ਐਮਿਨਿਟੀਜ਼ ਦੇ ਵਿੱਚ ਉਹ ਯੂਜ਼ ਕਰਦੇ ਨੇ ਉਹਨਾਂ ਨੂੰ, ਉਹਦੇ ਵਿੱਚ ਉਹ ਚੀਜ਼ ਨੂੰ ਉਹਦਾ ਕੰਸੀਡਰ ਕੀਤਾ ਜਾਂਦਾ ਹੈ। ਠੀਕ ਹੈ। ਸੋ ਇਹ ਉਹ ਦੇਖੋ ਫੀਸਸ ਦਾ ਉਹ ਆਉਣਗੀਆਂ, ਲੇਕਿਨ ਮੈਨੂੰ ਲੱਗਦਾ ਕਿ ਇਹ ਨੈਕਸਟ 21 ਵਿੱਚ ਆਪਾਂ ਇਹਨੂੰ ਕਵਰ ਅਪ ਕਰ ਲਾਂਗੇ ਔਰ ਕੁਝ ਹੱਦ ਤੱਕ ਆਪਾਂ ਇਹਨੂੰ ਭਰਪਾਈ ਕਰਨ ਦੀ ਕੋਸ਼ਿਸ਼ ਹੋਏਗੀ ਇਸ ਚੀਜ਼ ਦੀ। ਸੋ ਇੰਨੀ ਘਬਰਾਉਣ ਵਾਲੀ ਵੀ ਗੱਲ ਨਹੀਂ ਹੈ, ਘਬਰਾਉਣ ਦੀ ਗੱਲ ਹੈ, ਪਰ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਉਹਨੂੰ ਡਰ ਕੇ ਆਪਾਂ ਕਹੀਏ ਨਹੀਂ ਜੀ ਹੁਣ ਕੁਝ ਨਹੀਂ ਹੋਏਗਾ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਜਦ ਜੋ ਹੀ ਜਨਵਰੀ ਦੇ ਵਿੱਚ ਸੀਜ਼ਨ ਖੁੱਲ੍ਹੇਗਾ, ਆਪਣਾ ਇਸ ਚੀਜ਼ ਦਾ ਸਟੂਡੈਂਟਸ ਆਉਣੇ ਸ਼ੁਰੂ ਹੋਣਗੇ, ਤਾਂ ਡੈਫੀਨੇਟਲੀ ਆਪਾਂ ਨੂੰ ਕੈਚ ਅਪ ਕਰਨ ਦੀ ਜ਼ਰੂਰ ਕੈਨੇਡੀਅਨ ਇਕਨੋਮੀ ਨੂੰ ਨਾਲ ਕੰਟਰੀਬਿਊਟ ਕਰਨ ਦੀ ਕੋਸ਼ਿਸ਼ ਕਰਨਗੇ ਸਟੂਡੈਂਟਸ ਜਿਹੜੇ ਵੀ ਹੋਣਗੇ। ਮਤਲਬ ਜਿਹੜਾ ਹੁਣ ਸਪਟੰਬਰ ਤਾਂ ਤਕਰੀਬਨ ਆਲਮੋਸਟ ਹੁਣ ਨੇੜੇ ਆ, ਤੇ ਇਹ ਤਾਂ ਜਿਹੜਾ ਨਹੀਂ ਦਸੰਬਰ ਤੱਕ ਤਾਂ ਹੁਣ ਆਨਲਾਈਨ ਹੀ ਕਰਨਾ ਉਹਨਾਂ ਨੇ। ਮਤਲਬ ਜਿਹੜਾ 2021 ਦੇ ਵਿੱਚ ਜਨਵਰੀ ਦੇ ਵਿੱਚ ਜਿਹੜੇ ਅਸਾਰ ਸੁਖਾਵੇਂ ਹੋਣ ਦੀ ਜਿਹੜੀ ਉਮੀਦ ਹੈ। ਬਿਲਕੁਲ, ਕਿਉਂਕਿ ਹਜੇ ਤੱਕ ਉਹਨਾਂ ਨੇ ਇਹ ਕਿਹਾ ਕਿ 2 ਸੈਸ਼ਨ ਹੀ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ, ਕਿਉਂਕਿ ਜਨਵਰੀ ਵਿੱਚ ਤਾਂ ਹੁਣ ਜਦ ਕਲਾਸਿਸ ਵਿੱਚ ਆਉਣਗੇ ਉਹ ਤਾਂ ਉਹਨਾਂ ਨੂੰ ਆਉਣਾ ਹੀ ਪੈਣਾ, ਵੀਜ਼ਾ ਉਹਨਾਂ ਨੂੰ ਮਿਲਣਾ ਹੀ ਮਿਲਣਾ, ਉਹਨਾਂ ਨੇ ਆਉਣਾ ਹੀ ਆਉਣਾ ਉਸ ਚੀਜ਼ ਦਾ। ਸੋ ਇਹ ਪੋਜ਼ੀਟਿਵ ਚੀਜ਼ ਦਿਖੀ ਜਾ ਰਹੀ ਹੈ ਕਿ ਜਦ ਤੱਕ ਕੋਵਿਡ ਦਾ ਵੀ ਜਿਹੜਾ ਅਸਰ ਹੈ ਉਹ ਕਾਫੀ ਹੱਦ ਤੱਕ ਘਟਣ ਦੇ ਚਾਂਸਸ ਹੈ ਨੇ, ਔਰ ਆਪਾਂ ਅਸੀਂ ਉਸ ਚੀਜ਼ ਨੂੰ ਰਿਬਾਊਂਡ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਛਾ, ਕਈ ਵਾਰੀ ਬਾਹਰ ਆਪਾਂ ਨੂੰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਆਮ ਹੀ, ਖਾਸ ਕਰਕੇ ਸਟੂਡੈਂਟਸ ਤੋਂ ਵੀ, ਜਿਹੜਾ ਕੈਨੇਡੀਅਨ ਇਕੋਨਮੀ ਨੂੰ ਇੱਕ ਸਟੂਡੈਂਟਸ ਬੜੀ ਚਲਾ ਰਹੇ ਨੇ ਜੀ, ਕਿਉਂਕਿ ਕੈਨੇਡੀਅਨ ਇਕੋਨਮੀ ਵੀ ਛੋਟੀ ਇਕੋਨਮੀ ਨਹੀਂ ਗੀ, ਕਾਫੀ ਵੱਡੀ ਇਕੋਨਮੀ ਆ। ਤੇ ਦੂਸਰੇ ਪਾਸੇ ਜਦੋਂ ਕਿਸੇ ਮਾਹਰ ਨਾਲ ਗੱਲ ਕਰੀ ਦੀ ਉਹ ਕਹਿੰਦੇ ਵੀ ਜਿਹੜਾ ਨੋ ਡਾਊਟ ਜਿਹੜਾ $22 ਬਿਲੀਅਨ ਹਰ ਸਾਲ ਸਟੂਡੈਂਟ ਇੱਥੇ ਜਿਹੜੇ ਆਉਂਦੇ ਸਟੂਡੈਂਟਸ ਕਰਕੇ ਜਿਹੜਾ ਯੂਨੀਵਰਸਿਟੀਜ਼ ਤੇ ਕਾਲਜਸ ਦੇ ਵਿੱਚ ਆਉਣ ਲੱਗਦਾ ਹੈ, ਪਰ ਇਹ ਆਟੇ ਦੇ ਵਿੱਚ ਲੂਣ ਬਰਾਬਰ ਹੈ ਕੈਨੇਡੀਅਨ ਇਕੋਨਮੀ ਦਾ ਹਿੱਸਾ ਜਿਹੜਾ ਹੈਗਾ। ਕੋਈ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਰੀਅਲ ਸਟੇਟ ਹੈ, ਆਟੋ ਇੰਡਸਟਰੀ ਹੈ, ਤੇ ਆਪਣੇ ਹੋਟਲ ਇੰਡਸਟਰੀ ਆ, ਤੇ ਫੂਡ ਇੰਡਸਟਰੀ ਆ, ਸਰਵਿਸ ਇੰਡਸਟਰੀ ਹੈ। ਸੋ ਬਹੁਤ ਸਾਰੀਆਂ ਇੰਡਸਟਰੀਜ਼ ਨੇ ਜਿਹੜੀਆਂ ਕਿ ਕੈਨੇਡੀਅਨ ਇਕੋਨਮੀ ਦੇ ਵਿੱਚ ਹਿੱਸਾ ਪਾਉਂਦੀਆਂ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਵਾਕਈ ਜਿਹੜਾ ਇਹ ਇੱਕ ਮਿਥ ਆ ਵੀ ਇਕੱਲੇ ਇਕੱਲੇ ਹੀ ਸਾਰੀ ਇੰਡਸਟਰੀ ਨੂੰ ਚਲਾ ਰਹੇ ਨੇ ਇਕੋਨਮੀ ਨੂੰ? ਜਦ ਕੋਈ ਵੀ ਇਨਸਾਨ ਇਸ ਤਰ੍ਹਾਂ ਦੀ ਗਲਤਫਹਿਮੀ ਪਾਲ ਲੈਂਦਾ ਤਾਂ ਫਿਰ ਉਹ ਕਹਿੰਦੇ ਨੇ ਕਿ ਬੰਦਾ ਆਪਣੇ ਆਪ ਨੂੰ ਪ੍ਰੂਵ ਨਹੀਂ ਕਰ ਪਾਉਂਦਾ ਹੈਗਾ, ਉਹ ਮੂੰਹ ਦੇ ਮੂੰਹ ਗਿਰ ਜਾਂਦਾ ਹੈਗਾ। ਸੋ ਇਟਸ ਅ ਵੈਰੀ ਸਮॉल ਪੋਰਸ਼ਨ ਆਫ ਜੋ ਟੋਟਲ ਕੈਨੇਡੀਅਨ ਇਕਨੋਮੀ ਹੈ ਉਸ ਚੀਜ਼ ਦਾ। ਸੋ $22 ਬਿਲੀਅਨ ਇਜ਼ ਨਥਿੰਗ, ਠੀਕ ਹੈ ਨਾ। ਜੇ ਤੁਸੀਂ ਇਹ ਸੋਚੋ ਕਿ ਜਦ ਆਪਾਂ 25,000 ਰਿਫਿਊਜੀ ਲੈ ਕੇ ਆਏ ਸੀ, ਹਾਂਜੀ, ਉਹਨਾਂ ਤੇ ਬਿਲੀਅਨਸ ਆਫ ਡਾਲਰ ਖਰਚ ਹੋ ਗਿਆ ਸੀ। ਸੋ ਉਹ ਕੈਨੇਡਾ ਨੇ ਆਪਣੇ ਕੋਲੋਂ ਦਿੱਤਾ ਸੀ ਉਸ ਚੀਜ਼ ਦਾ। ਹੁਣ ਪੈਂਡੈਮਿਕ 'ਚ ਦੇਖੋ ਜੀ ਕਿੰਨੇ ਬਿਲੀਅਨਸ ਆਫ ਡਾਲਰ ਹੁਣ ਖਰਚ ਹੋ ਰਹੇ। ਹਾਂਜੀ, ਸੋ ਇਹ ਕਹਿਣਾ ਕਿ ਉਸ ਚੀਜ਼ ਨੂੰ ਕੰਟਰੀਬਿਊਟ ਕਰਦੇ ਨੇ, ਨੋ, ਇਟਸ ਨਾਟ ਅ ਰਾਈਟ ਥਿੰਗ ਟੂ ਸੇ। ਠੀਕ ਹੈ, ਉਹ ਕੁਝ ਆਪਣੇ ਆਪ ਨੂੰ ਹਰ ਬੰਦਾ ਜਿਹੜਾ ਹੈ ਕੈਨੇਡੀਅਨ ਇਕਨੋਮੀ ਵਿੱਚ ਕੁਝ ਆਪਣਾ ਹਿੱਸਾ ਪਾਉਂਦਾ ਹੈ, ਉਹ ਵੀ ਇੱਕ ਮਾਈਨਰ ਬਹੁਤ ਛੋਟਾ ਹਿੱਸਾ ਪਾਉਂਦੇ ਨੇ ਉਸ ਚੀਜ਼। ਹੁਣ ਇਹਦੇ ਵਿੱਚ ਜਿਹੜਾ ਮੇਨ ਕੈਨੇਡਾ ਦਾ ਟੂਰਿਜ਼ਮ 'ਚ ਕਿੰਨਾ ਫਰਕ ਪਿਆ ਹੈਗਾ, ਐਕਸਪੋਰਟ ਇੰਪੋਰਟ ਵਿੱਚ ਕਿੰਨਾ ਫਰਕ ਪਿਆ, ਖਾਸ ਕਰਕੇ ਜਿਹੜਾ ਈਡੇਬਲ ਚੀਜ਼ਾਂ ਹੈ ਨੇ ਉਹਨਾਂ 'ਚ ਜਿਹੜਾ ਐਕਸਪੋਰਟ ਇੰਪੋਰਟ ਹੈ ਉਹਦੇ 'ਚ ਬਹੁਤ ਜ਼ਿਆਦਾ ਇੰਪੈਕਟ ਹੈਗਾ। ਟਰਾਂਸਪੋਰਟੇਸ਼ਨ ਜਿਹੜੀ ਸਾਡੀ ਦੀ ਮੇਨ, ਜੋ ਕੈਨੇਡਾ ਵਿੱਚ ਜਿਹੜਾ ਮੇਨ ਚੀਜ਼ ਹੈ ਉਹ ਲੌਜਿਸਟਿਕਸ ਹੈ। ਅਸੀਂ ਲੌਜਿਸਟਿਕਸ ਦੇ ਉੱਪਰ ਟਿਕੇ ਹੋਏ ਹਾਂ। ਸਾਡੇ ਟਰੱਕ ਭਰਾ ਵੀਰ ਨੇ, ਜਿਹੜੇ ਸਾਡੇ ਟਰੱਕਰ ਵੀਰ ਨੇ, ਉਹ ਮੇਨ ਸਾਡੇ ਬੈਕਬੋਨ ਨੇ ਸਾਡੇ ਲੌਜਿਸਟਿਕਸ ਦੀ। ਤੇ ਜਿਹੜੀ ਲੌਜਿਸਟਿਕ ਹੈ, ਜਿਹੜੇ ਖਾਸ ਕਰਕੇ ਜਿੰਨਾ ਵੀ ਬਾਹਰੋਂ ਸਮਾਨ ਆਉਂਦਾ ਉਹ ਸਾਰਾ ਜ਼ਿਆਦਾ ਜਿਹੜਾ ਚਾਈਨਾ ਤੋਂ ਆਉਂਦਾ, ਤੇ ਚਾਈਨਾ ਦੇ ਨਾਲ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜੇ ਕੈਨੇਡਾ ਦੇ ਜਿਹੜੇ ਸੰਬੰਧ ਵੀ ਇੰਨੇ ਸੁਖਾਵੇਂ ਨੇਗੇ। ਇਹਦੇ ਨਾਲ ਮੈਂ ਇੱਕ ਹੋਰ ਗੱਲ ਵੀ ਜੋੜ ਦੇਵਾਂ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਬਾਹਰੋਂ ਜਾਂਦੇ ਆ, ਉਹਦੇ ਵਿੱਚ ਜਿਹੜੇ ਚਾਈਨੀਜ਼ ਸਟੂਡੈਂਟਸ ਦਾ ਕਾਫੀ ਵੱਡਾ ਹਿੱਸਾ ਹੈ। ਤੇ ਉੱਥੇ ਵੀ ਇਹ ਗੱਲ ਚੱਲ ਰਹੀ ਹੈ ਵੀ ਜੇ ਇਸ ਸਾਲ ਇਹ ਉਹਨਾਂ ਦੀ ਤਾਦਾਦ ਉੱਥੇ ਘਟੀ ਤਾਂ ਜਿਹੜੀ ਆਸਟ੍ਰੇਲੀਅਨ ਇਕੋਨਮੀ ਹੈ ਜਾਂ ਜਿੱਥੇ ਯੂਨੀਵਰਸਿਟੀ ਤੇ ਕਾਲਜਸ ਦੇ ਵਿੱਚ ਜੋ ਉੱਥੇ ਪੈਸੇ ਫੰਡਿੰਗ ਆਉਂਦੀ ਆ ਉਹਨੂੰ ਵੀ ਧੱਕਾ ਲੱਗ ਸਕਦਾ।
ਸੋ ਕਹਿਣ ਦਾ ਮਤਲਬ ਇਹ ਹੈ ਵੀ ਧੱਕਾ ਤਾਂ ਜ਼ਰੂਰ ਲੱਗੇਗਾ, ਪਰ ਇਹ ਏਡੀ ਕੋਈ ਵੱਡਾ ਇਸ਼ੂ ਨਹੀਂਗਾ ਵੀ ਜਿਹਨੂੰ ਇੰਨਾ ਉਭਾਰਿਆ ਜਾਵੇ। ਦੇਖੋ ਗਰੇਵਾਲ ਸਾਹਿਬ, ਤੁਸੀਂ ਹੁਣੇ ਗੱਲ ਕੀਤੀ ਹੈ, ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਚਾਈਨੀਜ਼ ਹੈ ਉਹ ਮੇਨ ਕੰਟਰੀਬਿਊਟਰ ਨੇ। ਹਾਂਜੀ। ਪਰ ਸ਼ਾਇਦ ਇੰਡੀਆ ਆਪਾਂ ਦਿਖਾਣੇ ਜਾ ਰਹੇ ਹਾਂ ਵੀ ਨਹੀਂ ਜੀ ਅਸੀਂ ਬਹੁਤ ਮਤਲਬ ਦਿਖਾਵਾ ਜ਼ਿਆਦਾ ਕਰਦੇ ਹਾਂ। ਪਰ ਜਦ ਕਿ ਤੁਸੀਂ ਧਿਆਨ ਨਾਲ ਦੇਖੋ, ਜਿਹੜਾ ਮੇਨ ਕੰਟਰੀਬਿਊਟਰ ਹੈ ਉਹ ਸਟੂਡੈਂਟਸ ਦੇ ਵਿੱਚ ਜਿਹੜਾ ਫੀਸਿਸ ਨੇ, ਚਾਹੇ ਹੋਰ ਕਈ ਚੀਜ਼ਾਂ ਹੈ ਨੇ, ਉਹਨਾਂ ਵਿੱਚ ਚਾਈਨੀਜ਼ ਸਟੂਡੈਂਟ ਜ਼ਿਆਦਾ ਕੰਟਰੀਬਿਊਟ ਕਰਦੇ ਨੇ। ਠੀਕ ਹੈ। ਔਰ ਦੂਸਰੀ ਗੱਲ ਰਹੀ ਕਿ ਉਹਨਾਂ ਦਾ ਫਰਕ ਹੀ ਪਏਗਾ, ਉਹ ਲੌਂਗ ਟਰਮ ਇੰਪੈਕਟ ਆਪਾਂ ਦੇਖਣ ਨੂੰ ਮਿਲੇਗਾ। ਜੇ ਆਪਾਂ ਕੀ ਵੀ ਸ਼ਾਰਟ ਟਰਮ ਇੰਪੈਕਟ ਹੈ ਉਹ ਇੰਨਾ ਜ਼ਿਆਦਾ ਆਪਾਂ ਹੁਣ ਨਹੀਂ ਦੇਖਣ ਨੂੰ ਮਿਲੇਗਾ, ਮਤਲਬ ਐਟਲੀਸਟ ਨਾਓ ਐਂਡ ਆਫ ਦਿਸ ਈਅਰ ਤੱਕ ਆਪਾਂ ਨੂੰ ਉਹਦੇ ਐਗਜ਼ੈਕਟ ਸਾਰੇ ਫਿਗਰ ਸਾਹਮਣੇ ਆਉਣਗੇ ਵੀ ਕਿੰਨਾ ਨੁਕਸਾਨ ਹੋਇਆ ਔਰ ਕਿੰਨਾ ਇਸ ਚੀਜ਼ ਦਾ ਘਾਟਾ ਕੈਨੇਡੀਅਨ ਇਕਨੋਮੀ ਨੂੰ ਪਿਆ। ਤੁਸੀਂ ਦੇਖ ਰਹੇ ਹੋ ਸਟਾਰਟਾਕ ਤੁਸੀਂ YouTube ਤੇ ਵੀ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ, ਕਿਉਂਕਿ YouTube ਤੇ ਜੇਕਰ ਤੁਸੀਂ ਜਾਂਦੇ ਹੋ ਤੇ ਉੱਥੇ ਜਾ ਕੇ ਜਿਹੜੀ ਸਬਸਕ੍ਰਿਪਸ਼ਨ ਦੇ ਨਾਲ ਬੈਲ ਦਾ ਆਈਕਨ ਹੁੰਦਾ ਉਹਨੂੰ ਦਬਾਓ ਤੇ ਤੁਸੀਂ ਪੰਜਾਬ ਸਟਾਰ TV ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਤੇ ਜਿੱਥੇ ਤੁਸੀਂ ਸਾਡੇ ਸ਼ੋਅ ਪੰਜਾਬ ਸਟਾਰ TV ਤੇ ਦੇਖਦੇ ਹੋ, ਇਹ ਸਾਰੇ ਸ਼ੋਅ ਤੁਸੀਂ YouTube ਚੈਨਲ ਤੇ ਵੀ ਦੇਖ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਜਿਹੜਾ ਕੈਨੇਡੀਅਨ ਇਕਨੋਮੀ ਤੇ ਅਰਥਚਾਰੇ ਤੇ ਚਰਚਾ ਜਾਰੀ ਰੱਖਾਂਗੇ। ਕਿਤੇ ਨਾ ਜਾਇਓ, ਦੇਖਦੇ ਰਹੋ ਪੰਜਾਬ ਸਟਾਰ TV। ਸਟਾਰਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਤੇ ਮੇਰੇ ਨਾਲ ਹਕੀਰਤ ਜੀ ਅੱਜ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਵੀ ਕੈਨੇਡਾ ਦੇ ਵਿੱਚ ਕੈਨੇਡੀਅਨ ਆਰਥਿਕਤਾ ਦਾ ਕੀ ਹਾਲ ਹੈ, ਕਿਹੜੇ ਜਿਹੜੇ ਪਹਿਲੂ ਨੇ ਕੈਨੇਡੀਅਨ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੇ ਨੇ। ਜਿਵੇਂ ਆਪਾਂ ਗੱਲ ਕੀਤੀ ਆ ਇਮੀਗ੍ਰੇਸ਼ਨ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਇਮੀਗ੍ਰੇਸ਼ਨ ਦੇ ਵਿੱਚ ਆ ਜਾਂਦੇ ਨੇ, ਤੇ ਉਸ ਦੇ ਨਾਲ ਇੱਕ ਵੱਡਾ ਜਿਹੜਾ ਪਹਿਲੂ ਹੈ ਉਹ ਹੈ ਰੀਅਲ ਸਟੇਟ। ਕਈ ਵਾਰੀ ਇਹ ਕਿਹਾ ਜਾਂਦਾ ਹੈ ਵੀ ਜਿਹੜਾ ਕੈਨੇਡੀਅਨ ਇਕਨੋਮੀ ਨੂੰ ਦੇ ਵਿੱਚ ਵੱਡਾ ਹਿੱਸਾ ਪਾਉਂਦੀ ਹੈ ਰੀਅਲ ਸਟੇਟ, ਅਤੇ ਕਈ ਵਾਰੀ ਇਹ ਵੀ ਹੁੰਦਾ ਵੀ ਜਿਹੜਾ ਉਸ ਨੂੰ ਇਹ ਚਲਾਉਂਦੀ ਵੀ ਹੈ। ਪਿਛਲੇ ਜਦੋਂ ਰਿਸੈਸ਼ਨ ਆਇਆ ਸੀ ਉਦੋਂ ਇਹ ਕਿਹਾ ਜਾ ਰਿਹਾ ਸੀਗਾ ਵੀ ਬਾਕੀ ਸਾਰੀਆਂ ਜਿਹੜੀਆਂ ਸੈਕਟਰ ਸਲੋ ਡਾਊਨ ਹੋ ਗਿਆ ਸੀ, ਰੀਅਲ ਸਟੇਟ ਦੇ ਨਾਲ ਹੀ ਜਿਹੜੀ ਇਕਨੋਮੀ ਜਿੰਨੀ ਕਿ ਵੀ ਸੀ ਉਹ ਚੱਲਦੀ ਰਹੀ। ਸੋ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੀ ਹੁਣ ਪੈਂਡੈਮਿਕ ਤੋਂ ਬਾਅਦ ਖਾਸ ਕਰਕੇ 2020 ਦੇ ਵਿੱਚ ਰੀਅਲ ਸਟੇਟ ਸਲੋ ਡਾਊਨ ਹੋ ਰਹੀ ਹੈ। ਅਗਲੇ ਜੁਲਾਈ 1 ਤੋਂ CMHC ਨੇ ਕੁਝ ਹੋਰ ਜਿਹੜੇ ਰੂਲ ਸਖਤ ਕੀਤੇ ਨੇ, ਤੇ ਇਹਦੇ ਤੇ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਅੱਜ ਨਾਲ ਫਿਰ ਹਰਕੀਰਤ ਸਿੰਘ ਉਹਨਾਂ ਦੇ ਨਾਲ। ਹਰਕੀਰਤ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਬ੍ਰੇਕ ਤੋਂ ਪਹਿਲਾਂ ਵੀ ਕਿਹੜੇ ਪਹਿਲੂ ਨੇ ਜਿਹੜੇ ਕਿ ਕੈਨੇਡੀਅਨ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੇ ਨੇ, ਸੋ ਰੀਅਲ ਸਟੇਟ ਵੀ ਉਹਦੇ ਵਿੱਚ ਇੱਕ ਵੱਡਾ ਹਿੱਸਾ ਪਾਉਂਦੀ ਹੈ। ਗਰੇਵਾਲ ਸਾਹਿਬ, ਆਪਾਂ ਵੱਡੇ ਹਿੱਸੇ ਦੀ ਗੱਲ ਦੀ ਬਜਾਏ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਦੇਰ ਆਰ ਐਟਲੀਸਟ 3 or 4 ਫੈਕਟਰਸ ਜਿਹੜੇ ਕਿ ਜਦ ਆਪਾਂ ਚਾਹੇ ਉਹ ਡਿਪਰੈਸ਼ਨ ਜਦ ਵੀ ਆਉਂਦਾ ਹੈਗਾ ਜਾਂ ਆਪਾਂ ਕਹਿ ਲਈਏ ਕਿ ਰਿਸੈਸ਼ਨ ਜਦੋਂ ਆਉਂਦਾ, ਡਿਪਰੈਸ਼ਨ ਦੀ ਆਪਾਂ ਗੱਲ ਨਹੀਂ ਕਰ, ਰਿਸੈਸ਼ਨ ਜਦੋਂ ਵੀ ਆਉਂਦਾ ਹੈਗਾ, ਸੋ ਉਹਦੇ ਵਿੱਚ ਜਿਹੜਾ ਰੀਅਲ ਸਟੇਟ ਹੈ ਇਹ ਮੇਜਰ ਫੈਕਟਰ ਹੁੰਦਾ। ਠੀਕ ਹੈ। ਇਹ ਕਿਸੇ ਵੀ ਕੰਟਰੀ ਦੀ ਗਰੋਥ ਪਰ ਕਿਸੇ ਦੀ ਕੰਟਰੀ ਦੀ ਇਕਨੋਮੀ ਨੂੰ ਸਲੋ ਹੋਣ ਵਾਸਤੇ ਜਦ ਵੀ ਆਪਾਂ ਇੱਕ ਮਾਪਦੰਡ ਲੈਂਦੇ ਹਾਂ, ਸੋ ਉਹਦਾ ਰੀਅਲ ਸਟੇਟ ਜਿਹੜਾ ਉਹ ਇੱਕ ਮਾਪਦੰਡ ਗਿਣਿਆ ਜਾਂਦਾ ਹੈ ਵੀ ਰੀਅਲ ਸਟੇਟ ਕਿਵੇਂ ਕਰ ਰਹੀ ਹੈ, ਉਹ ਪਰਫਾਰਮ ਕਿਵੇਂ ਕਰ ਰਹੀ ਹੈ, ਉਹ ਅਪ ਜਾ ਰਹੀ ਹੈ, ਲੋ ਜਾ ਰਹੀ ਹੈ, ਸਲੋ ਹੋ ਰਹੀ ਹੈ, ਜਾਂ ਉਹਦੇ ਵਿੱਚ ਵੀ ਕਿ ਉਹਦੇ ਪ੍ਰਾਈਸਿਸ ਇਨਕਰੀਜ਼ ਕਰ ਰਹੇ ਨੇ ਜਾਂ ਉਹਦੀਆਂ ਸੇਲਸ ਇਨਕਰੀਜ਼ ਕਰ ਰਹੀਆਂ, ਜਿਹੜਾ 2 ਡਿਫਰੈਂਟ ਕਾਈਂਡ ਆਫ ਥਿੰਗਸ ਜਿਹੜਾ ਆਪਾਂ ਗੱਲ ਕਰਦੇ ਹਾਂ। ਸੋ ਇਹਦਾ ਰਾਈਟ ਨਾਓ ਹੁਣ ਦੇਖੋ ਤੁਸੀਂ ਕਿ ਜਿਹੜੀਆਂ ਸੇਲਸ ਨੇ ਉਹ ਘਟੀਆਂ ਨੇ ਲੇਕਿਨ ਪ੍ਰਾਈਸਿਸ ਨਹੀਂ ਘਟੇ ਹੈ। ਠੀਕ ਹੈ, ਜਿਹੜਾ ਆਪਾਂ ਸਟੱਡੀ ਕਰਦੇ ਆ ਰੀਅਲ ਸਟੇਟ। ਸੋ ਉਹਦੀ ਇੱਕ ਵਜ੍ਹਾ ਇਹ ਹੈ ਕਿ ਹਜੇ ਜਿਹੜੀ ਇਨਕਮ ਹੈ ਉਹ ਇਨਕਮ ਸਟੱਡੀ ਹੋਈ ਹੈ, ਲੇਕਿਨ ਉਹ ਜੌਬਸ ਜਾਣ ਦੇ ਨਾਲ ਜਿਹੜਾ ਕਿ ਖਾਸ ਕਰ CERB ਨੇ ਜਿਹੜਾ ਅਸਰ ਪਾਇਆ ਹੈ ਉਹ ਇੰਨਾ ਨਹੀਂ ਪਾਇਆ ਹੈ ਕਿ ਪ੍ਰਾਈਸਿਸ ਘਟ ਜਾਣ। ਸੋ ਜੋ ਤੁਸੀਂ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਦਸੰਬਰ ਤੱਕ ਤੁਹਾਨੂੰ ਐਗਜ਼ੈਕਟਲੀ ਤੁਹਾਡੀ ਜਿਹੜੀ ਪਿਕਚਰ ਉਹ ਕਲੀਅਰ ਹੋ ਜਾਏਗੀ ਕਿ ਕਿੰਨੀ ਇਹਦੀ ਪ੍ਰਾਈਸਿਸ ਘਟਣਗੀਆਂ ਔਰ ਕਦੋਂ ਸ਼ੁਰੂ ਘਟਣਾ ਹੋਣਗੀਆਂ। ਮੇਰੇ ਹਿਸਾਬ ਨਾਲ ਇਹ ਅਕਤੂਬਰ ਤੋਂ ਬਾਅਦ ਤੁਹਾਨੂੰ ਅਸਰ ਦੇਖਣ ਨੂੰ ਮਿਲ ਜਾਏਗਾ, ਜਦ ਕਿ ਜਿਹੜੇ ਸਾਡੇ CHMC ਦੇ ਜਿਹੜੇ ਸਾਡੇ CEO ਨੇ ਉਹਨਾਂ ਨੇ ਜੋ ਗੱਲ ਇਹ ਕੀਤੀ ਹੈ ਕਿ ਇਹਦੇ ਪ੍ਰਾਈਸਿਸ 25% ਤੋਂ ਲੈ ਕੇ ਅਰਾਊਂਡ 10-13% ਤੱਕ ਇਹ ਵੇਰਾਈਜ਼ ਕਰਨਗੇ ਅਕੋਰਡਿੰਗ ਟੂ ਪ੍ਰੋਵਿੰਸ। ਠੀਕ ਹੈ। ਜਿਹੜਾ ਮੇਨ ਜਿਹੜਾ ਇਹਦਾ ਫਰਕ ਪਏਗਾ ਉਹ ਅਰਾਊਂਡ ਅਲਬਰਟਾ, ਸਸਕੈਚੁਅਨ ਜ਼ਿਆਦਾ ਫਰਕ ਪਏਗਾ, ਮਤਲਬ ਜਿੱਥੇ ਜਿਹੜੇ ਆਇਲ ਉਹਦੇ ਨਾਲ ਸੰਬੰਧਿਤ ਜਿਹੜੇ ਸੂਬੇ। ਬਿਲਕੁਲ ਜੀ। ਔਰ ਜਿਵੇਂ ਉਸ ਤੋਂ ਬਾਅਦ ਫਿਰ ਵੈਂਕੂਵਰ ਯਾਨੀ ਕਿ BC ਔਰ ਓਨਟਾਰੀਓ ਔਰ ਕਿਊਬੈਕ ਇੱਥੋਂ ਇਸ ਤਰ੍ਹਾਂ ਆਉਂਦੇ ਜਾਏਗਾ ਉਸ ਚੀਜ਼ ਦਾ। ਪਰ ਉਹ ਕਹਿ ਰਹੇ ਨੇ ਕਿ ਇੱਥੇ ਘੱਟ ਅਸਰ ਦੇਖਣ ਨੂੰ ਮਿਲੇਗਾ, ਉਹਨਾਂ ਪ੍ਰੋਵਿੰਸ ਵਿੱਚ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਵੈਸੇ ਵੀ ਜੇ ਹੁਣ ਆਪਾਂ ਦੇਖੀਏ ਰੀਅਲ ਸਟੇਟ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪ੍ਰਾਈਸਿਸ ਨੋ ਡਾਊਟ ਸੇਲਸ ਘਟੀਆਂ ਨੇ, ਪਰ ਕੁਝ ਹਿੱਸਿਆਂ ਦੇ ਵਿੱਚ ਜਿਹੜੀ ਪ੍ਰਾਈਸਿਸ ਉੱਥੇ ਖੜੀਆਂ ਨੇ, ਖਾਸ ਕਰਕੇ ਜੇ ਆਪਾਂ ਓਨਟਾਰੀਓ ਦੀ ਗੱਲ ਕਰੀਏ ਤੇ ਖਾਸ ਕਰਕੇ ਜੇ ਪੀਲ ਰੀਜਨ ਦੀ ਗੱਲ ਕਰੀਏ ਤੇ ਉਸ ਤੋਂ ਪੀਲ ਰੀਜਨ ਤੋਂ ਬਾਹਰ ਦੇਖ ਲਓ ਤਾਂ ਨੋ ਡਾਊਟ ਪ੍ਰਾਈਸਿਸ ਨੂੰ ਫਰਕ ਪਿਆ ਹੈ।
ਪਰ ਬਰੈਂਪਟਨ, ਮਿਸੀਸਾਗਾ, ਕੈਲੇਡਨ ਦੇ ਵਿੱਚ ਜੇ ਆਪਾਂ ਘਰਾਂ ਦੀ ਪ੍ਰਾਈਸਿਸ ਦੇਖੀਏ ਤਾਂ ਤਕਰੀਬਨ ਉੱਥੇ ਹੀ ਖੜੀਆਂ ਨੇ, ਇੰਨਾ ਫਰਕ ਨਹੀਂ ਪਿਆ ਜਿਹੜੇ ਆਮ ਜਿਹੜੇ $1 ਮਿਲੀਅਨ ਤੋਂ ਘੱਟ ਦੇ ਘਰ ਨੇ। ਸੋ ਨੋ ਡਾਊਟ ਅਗਰ ਪ੍ਰਾਈਸਿਸ ਨਹੀਂ ਫਰਕ ਪਿਆ ਤੇ ਉਹਨਾਂ ਬਾਇਰ ਵੀ ਬਾਹਰ ਹੈਗਾ ਜਿਹੜਾ ਖਰੀਦਣ ਲਈ ਘਰ, ਤੇ ਫਰਕ ਤਾਂ ਪੈਣਾ ਹੀ ਪੈਣਾ ਹੈ। ਦੇਖੋ ਉਹਨਾਂ ਨੂੰ ਵੀ ਜਿਹੜੀ ਗਵਰਨਮੈਂਟ ਹੈ ਉਹ ਵੀ ਕੁਝ ਸੋਚਦੀ ਹੈ। ਸੋ ਮਾਰਗੇਜ ਇੰਡਸਟਰੀ ਦੇ ਵਿੱਚ ਉਹ ਚੀਜ਼ ਨਾਲ ਬਿਲਕੁਲ ਉਹ ਚੀਜ਼ ਦੇਖਣਾ ਪੈਂਦਾ। ਹੁਣ ਜਿਵੇਂ ਤੁਸੀਂ ਦੇਖਿਆ ਕਿ ਪਹਿਲਾਂ ਕੀ ਹੁੰਦਾ ਸੀ ਕਿ ਤੁਹਾਨੂੰ 6 ਮਹੀਨੇ ਪੁਰਾਣੀ ਪੇ ਸਟਬਸ ਵੀ ਤੁਸੀਂ 3 ਮਹੀਨੇ ਪੁਰਾਣੀ ਪੇ ਸਟਬਸ ਵੀ ਤੁਸੀਂ ਦਿਖਾ ਦਿੰਦੇ ਸੀ ਐਂਡ ਤੁਹਾਡੀ ਜਿਹੜੀ ਮਾਰਗੇਜ ਅਪਰੂਵ ਹੋਣ ਦੇ ਚਾਂਸਸ ਹੁੰਦੇ ਸੀ, ਕਾਫੀ ਹੋ ਜਾਂਦੀ ਸੀ, ਰਾਈਟ। ਹੁਣ ਉਹਨਾਂ ਨੇ ਲੇਟੈਸਟ ਜਿਹੜੀ ਅਪਡੇਸ਼ਨ ਹੋਈ ਨੇ ਇਹ ਕਹੀ ਹੈ ਕਿ ਉਹਨਾਂ ਨੇ ਤੁਸੀਂ ਅਰਾਊਂਡ 14 ਡੇਜ਼ ਪਹਿਲਾਂ ਤੋਂ ਵੀ ਤੁਸੀਂ ਆਪਣੀ ਲੇਟੈਸਟ ਸੈਲਰੀ ਸਬ ਦਿਖਾਓ, ਪੇ ਸਬ ਦਿਖਾਓ, ਤਾਂ ਕਿ ਉਹ ਕਹੇ ਵੀ ਤੁਹਾਡੀ ਜਿਹੜੀ ਜੌਬ ਹੈ ਉਹ ਸਸਟੇਨ ਤੁਸੀਂ ਕਰ ਰਹੇ ਹੋ, ਜਾਂ ਤੁਸੀਂ ਅੱਗੇ ਕਿੰਨੀ ਦੇਰ ਤੱਕ ਆਪਣੀ ਜੌਬ ਨੂੰ ਸਸਟੇਨ ਕਰੋਗੇ ਕਿ ਕੱਲ੍ਹ ਨੂੰ ਤੁਹਾਨੂੰ ਇਸ ਨੂੰ ਮੇਨਟੇਨ ਕਰਨ ਵਿੱਚ ਕੋਈ ਪ੍ਰੋਬਲਮ ਨਾ ਆਵੇ। ਬਿਲਕੁਲ। ਸੋ ਇਹ ਚੀਜ਼ਾਂ ਦੇ ਜਿਵੇਂ ਇਹ ਮੈਜਰਸ ਲੈ ਰਹੇ ਨੇ, ਹੋਰ ਵੀ ਇਸ ਤਰ੍ਹਾਂ ਦੇ ਮੈਜਰ ਲੈ ਜਾਣਗੇ ਇਹ ਦੇਖਣ ਵਾਸਤੇ ਕਿ ਜਿਹੜੀ ਮਾਰਗੇਜ ਇੰਡਸਟਰੀ ਉਹ ਆਪਣੇ ਆਪ ਨੂੰ ਸੇਵ ਕਰਕੇ ਰੱਖੇ। ਲੇਕਿਨ ਇਹ ਸਾਰੀ ਚੀਜ਼ਾਂ ਇੰਪੈਕਟ ਹੈ ਇਹ ਜੌਬਸ ਜਾਣ ਦਾ, ਜਾਂ ਜਿਉਂ ਹੀ ਦੇਖੋ ਹੁਣ ਹੌਲੀ ਹੌਲੀ ਆਪਾਂ ਇੰਡਸਟਰੀ ਨੂੰ ਖੋਲ੍ਹ ਰਹੇ ਹਾਂ, ਆਫਿਸਿਸ ਖੁੱਲ੍ਹ ਰਹੇ ਨੇ, ਬਿਜ਼ਨਸਿਸ ਖੁੱਲ੍ਹ ਰਹੇ ਨੇ, ਲੇਕਿਨ ਉਹ ਕਿਸ ਹੱਦ ਤੱਕ ਦੁਬਾਰਾ ਉਸ ਤਰ੍ਹਾਂ ਪਰਫਾਰਮ ਕਰਨਗੇ ਕਿ ਪ੍ਰੀ ਪੈਂਡੈਮਿਕ ਜਿਹੜਾ ਸਿਚੁਏਸ਼ਨ ਆਏਗੀ। ਸੋ ਉਹ ਚੀਜ਼ ਲਾਉਣ ਵਾਸਤੇ ਇਹ 2-3 ਮਹੀਨੇ ਲੱਗਣਗੇ ਇਹ ਦੇਖਣ ਵਾਸਤੇ ਕਿ ਅਸੀਂ ਪਹਿਲਾਂ ਵਾਂਗੂ ਪਰਫਾਰਮ ਕਰਾਂਗੇ ਜਾਂ ਨਹੀਂ ਕਰਾਂਗੇ। ਸੋ ਉਹਦੇ ਹਿਸਾਬ ਨਾਲ ਹੀ ਇਹਦੀ ਜੇ ਪ੍ਰਾਈਸਿਸ ਦੇ ਜਾਂ ਇੰਡਸਟਰੀ ਨੂੰ ਪਤਾ ਲੱਗੇਗਾ ਕਿ ਅਸੀਂ ਇੰਡਸਟਰੀ ਦਾ ਰੁਖ ਕਿੱਧਰ ਨੂੰ ਹੈ। ਬਿਲਕੁਲ, ਕਿਉਂਕਿ ਜੇ ਆਪਾਂ ਹੁਣ ਬਾਹਰ ਦੇਖੀਏ ਵੀ ਜਿੰਨੇ ਵੀ ਹੁਣ ਰੀਓਪਨਿੰਗ ਹੋ ਰਹੀ ਹੈ ਉਹਦੇ ਵਿੱਚ ਜਿਹੜੇ ਬਿਜ਼ਨਸਿਸ ਖੁੱਲ੍ਹ ਵੀ ਰਹੇ ਨੇ, ਉਹਨਾਂ ਨੂੰ ਕੁਝ ਬਿਜ਼ਨਸ ਨੂੰ ਛੱਡ ਕੇ ਬਾਕੀਆਂ ਦੇ ਵਿੱਚ ਅਜੇ ਇਹੀ ਕ੍ਰਾਈਸਿਸ ਚੱਲ ਰਿਹਾ ਵੀ ਜਿਹੜੇ ਕਸਟਮਰ ਨੂੰ ਕਿਵੇਂ ਖਿੱਚਣਾ ਹੈ, ਕਿਉਂਕਿ ਲੋਕਾਂ ਦੇ ਵਿੱਚ ਵੀ ਅਜੇ ਕਾਫੀ ਜਿਹੜਾ ਸਹਿਮ ਹੈ, ਬਾਹਰ ਨਹੀਂ ਨਿਕਲ ਰਿਹਾ, ਖਰੀਦੋ ਫਰੋਖਤ ਉਸ ਹਿਸਾਬ ਦੇ ਨਾਲ ਨਹੀਂ ਕਰ ਰਹੇ ਜਿਵੇਂ ਕਿ ਨੋਰਮਲ ਸਮੇਂ ਦੇ ਵਿੱਚ ਹੁੰਦੀ ਹੈ। ਦੇਖੋ ਕਰੋਲ ਸਾਹਿਬ, ਇਹ ਚੀਜ਼ ਤਾਂ ਤੁਸੀਂ ਆਪਾਂ ਦਿਮਾਗ 'ਚੋਂ ਕੱਢ ਦਈਏ ਕਿ ਇਹ ਚੀਜ਼ ਪਹਿਲਾਂ ਵਾਂਗੂ ਨੋਰਮਲ ਹੋ ਜਾਏ। ਇਟਸ ਅ ਲੌਂਗ ਵੇ। ਬਹੁਤ ਚੀਜ਼ਾਂ ਸਾਰੀਆਂ ਜਿਹੜੀਆਂ ਬਦਲ ਜਾਣੀਆਂ ਨੇ, ਬਹੁਤ ਚੀਜ਼ਾਂ ਬਦਲ ਜਾਣਗੀਆਂ। ਸਾਨੂੰ ਨੋਰਮਲਸੀ ਵਾਸਤੇ ਟਾਈਮ ਦੇਣਾ ਪਏਗਾ, ਆਪਣੇ ਆਪ ਨੂੰ ਟਾਈਮ ਦੇਣਾ ਪਏਗਾ, ਗਵਰਨਮੈਂਟ ਨੂੰ ਟਾਈਮ ਦੇਣਾ ਪਏਗਾ, ਔਰ ਸਭ ਨੂੰ ਇੱਕ ਦੂਜੇ ਦੀ ਨਾਲ ਮਿਲ ਕੇ ਚੱਲਾਂਗੇ ਤਾਂ ਹੀ ਇਸ ਚੀਜ਼ ਨੂੰ ਆਪਾਂ ਨੋਰਮਲਸੀ ਵੱਲ ਲੈ ਕੇ ਜਾ ਪਾਵਾਂਗੇ। ਅਦਰਵਾਈਜ਼ ਮੈਂ ਨਹੀਂ ਸੋਚਦਾ ਕਿ ਆਹ ਵਾਲਾ ਸਾਲ ਜਾਂ ਅਗਲੇ ਜੂਨ ਤੱਕ ਤੁਸੀਂ ਇਸ ਚੀਜ਼ ਨੂੰ ਕਹਿ ਸਕਦੇ ਹੋ ਕਿ ਆਪਾਂ ਨੋਰਮਲ ਲਾਈਫ ਉਸ ਤਰ੍ਹਾਂ ਜੀ ਪਾਵਾਂਗੇ ਜਿੱਦਾਂ ਪਹਿਲਾਂ ਆਪਾਂ ਜੀ ਰਹੇ ਸੀ। ਕਿਉਂਕਿ ਜੇ ਆਪਾਂ ਰੀਅਲ ਸਟੇਟ ਦੀ ਗੱਲ ਕਰ ਰਹੇ ਹਾਂ, ਹੁਣ CMHC ਵੱਲੋਂ ਵੀ ਇਹ ਕਿਹਾ ਗਿਆ ਵੀ ਜਿਹੜਾ 2020 ਆ ਜਿਹੜਾ ਰੀਅਲ ਸਟੇਟ ਦੇ ਵਿੱਚ ਹਿਸਟੋਰਿਕ ਰਿਸੈਸ਼ਨ ਇਹਨੂੰ ਕਹਿ ਰਹੇ ਨੇ, ਪਰ ਜਿਹੜੀ ਇੰਪਰੂਵਮੈਂਟ ਵੀ ਉਹ ਅਗਲੇ ਸਾਲ ਕਿਤੇ ਦੂਸਰੇ ਕੁਆਟਰ ਦੇ ਵਿੱਚ ਜਾ ਕੇ ਕਿਤੇ ਦਿਸਣ ਨੂੰ ਮਿਲਣੀ ਹੈ 2021 ਦੇ ਵਿੱਚ। ਸੋ ਇੰਨਾ ਕੋਈ ਮੈਨੂੰ ਲੱਗਦਾ ਨਹੀਂ ਗਾ ਵੀ ਰੀਅਲ ਸਟੇਟ ਦੇ ਵਿੱਚ ਵੀ ਕੋਈ ਇੰਨੀਆਂ ਬਾਹਲੀਆਂ ਚੰਗੀਆਂ ਜਿਹੜੀਆਂ ਚੀਜ਼ਾਂ ਦੇਖਣ ਨੂੰ ਆਪਾਂ ਨੂੰ ਮਿਲਣਗੀਆਂ, ਕਿਉਂਕਿ ਉਸ ਟਾਈਮ ਤੱਕ ਇਹ ਪਤਾ ਲੱਗ ਜਾਏਗਾ ਕਿ ਕਿਹੜੇ ਬਿਜ਼ਨਸ ਪਰਫਾਰਮ ਕਿਵੇਂ ਕਰ ਰਹੇ। ਕਿਉਂਕਿ ਹੁਣ ਦੇਖੋ ਵਰਕ ਫਰੋਮ ਹੋਮ ਦਾ ਕਲਚਰ ਪਹਿਲਾਂ ਜਿਹੜਾ ਸੀ, ਹੁਣ ਉਹ ਇਹ ਚੀਜ਼ ਲੰਬੇ ਕਾਫੀ ਪਾਪੂਲਰ ਹੋ ਗਿਆ, ਲੰਬੇ ਟਾਈਮ ਵਾਸਤੇ ਇਸ ਚੀਜ਼ ਚੱਲੇਗਾ। ਕਿਉਂਕਿ ਉਹਨਾਂ ਵਿੱਚ ਕੰਪਨੀ ਕੀ ਸੇਵ ਕਰ ਰਹੀ ਹੈ। ਜਿਹੜੇ ਬਿਜ਼ਨਸਿਸ ਨੇ, ਇੱਕ ਬਿਜ਼ਨਸਮੈਨ ਹੈ ਉਹ ਕਹਿੰਦਾ ਕਿ ਮੈਂ ਜਿਹੜੀ ਮੇਰੀ ਸੇਵਿੰਗ ਹੈ ਉਹ ਮੇਰਾ ਪ੍ਰੋਫਿਟ ਹੈ। ਸੋ ਜੇ ਉਹ ਜਿੰਨਾ ਜ਼ਿਆਦਾ ਸੇਵ ਕਰੇਗਾ ਉਹ ਉਸ ਨੂੰ ਲੱਗੇਗਾ ਕਿ ਮੇਰਾ ਪ੍ਰੋਫਿਟ ਮੈਂ ਉਹਨਾਂ ਵਧਾ ਰਿਹਾ ਹੈਗਾ। ਸੋ ਇਹਦੇ ਵਿੱਚ ਵਰਕ ਫਰੋਮ ਹੋਮ ਵੀ ਇੱਕ ਕਿਸਮ ਦਾ ਇੱਕ ਉਹਨਾਂ ਪ੍ਰੋਫਿਟ ਮੇਕਿੰਗ ਦਾ ਉਹਨਾਂ ਦਾ ਇੱਕ ਪ੍ਰੋਫਿਟ ਦਾ ਫੈਕਟਰ ਹੈ ਉਸ ਚੀਜ਼ ਨੂੰ ਜੋ ਕੰਟਰੀਬਿਊਟ ਕਰੇਗਾ ਉਹਨਾਂ ਦੀ ਗਰੋਥ ਵਾਸਤੇ। ਕਿਉਂਕਿ ਹੁਣ ਜੇ ਰੀਅਲ ਸਟੇਟ ਦੀ ਆਪਾਂ ਗੱਲ ਕਰੀਏ, ਰੀਅਲ ਸਟੇਟ ਦੇ ਵਿੱਚ ਵੀ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋ ਗਈਆਂ ਨੇ। ਜਿਵੇਂ ਹੁਣ ਆਪਾਂ ਸ਼ੋਇੰਗ ਹੀ ਹੁੰਦੀ ਹੈ, ਹੁਣ ਕਿੱਥੇ ਪਹਿਲਾਂ ਸ਼ੋਇੰਗ ਤੁਸੀਂ ਨਾਲ ਜਾ ਕੇ ਦਿਖਾਉਂਦੇ ਹੁੰਦੇ ਸੀ, ਹੁਣ ਦੇਖਣ ਨੂੰ ਇਹ ਵੀ ਆ ਰਿਹਾ ਵੀ ਜਿਹੜੀ ਲਿਸਟਿੰਗ ਹੁੰਦੀ ਹੈ ਉਹਦੇ ਵਿੱਚ ਲਿਖਿਆ ਹੁੰਦਾ ਵੀ ਤੁਸੀਂ ਜਿਹੜੀ ਵਰਚੁਅਲ ਸ਼ੋਇੰਗ ਹੀ ਦਿਖਾਉਣੀ ਹੈ। ਜੇ ਐਕਚੁਅਲ ਦੇ ਵਿੱਚ ਜਦੋਂ ਤੁਹਾਡੀ ਜਿਹੜੀ ਆਫਰ ਐਕਸੈਪਟ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣੇ ਬਾਇਰ ਨੂੰ ਅੰਦਰੋਂ ਘਰ ਦਿਖਾ ਸਕਦੇ ਹੋ। ਸੋ ਇਹਦੇ ਨਾਲ ਪੈਂਡੈਮਿਕ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋ ਰਹੀਆਂ ਨੇ। ਬਿਲਕੁਲ, ਕਿਉਂਕਿ ਇਹ ਚੀਜ਼ ਇਸ ਟਾਈਮ ਦੀ ਸਮੇਂ ਦੀ ਲੋੜ ਹੈ। ਸੋ ਸਮੇਂ ਦੇ ਲੋੜ ਦੇ ਹਿਸਾਬ ਨਾਲ ਸਾਨੂੰ ਚੇਂਜ ਹੋਣਾ ਚਾਹੀਦਾ ਵੀ ਹੈ ਔਰ ਜ਼ਰੂਰੀ ਵੀ ਹੈ ਇਸ ਟਾਈਮ, ਜਿਸ ਸੇ ਅਸੀਂ ਆਪਾਂ ਨੂੰ ਸੇਵ ਰੱਖੀਏ। ਸੋ ਲੇਕਿਨ ਜਦ ਆਪਾਂ ਗੱਲ ਕਰੀਏ ਕਿ ਰੀਅਲ ਸਟੇਟ ਦਾ ਜਿਹੜਾ ਮੇਜਰ ਜਿਹੜੀ ਚੀਜ਼ ਮੈਂ ਫੀਲ ਕਰਦਾ ਹੈਗਾ ਕਿ ਖਾਸ ਕਰਕੇ ਇਹ ਜਿਹੜੇ ਛੋਟੇ ਬਿਜ਼ਨਸਿਸ ਨੇ ਜਿੱਥੇ ਜਿਹੜੇ ਇੰਪਲੋਈ ਨੂੰ ਇੰਪਲੋਈ ਕਰਦੇ ਸੀ ਉਹਨਾਂ 'ਤੇ ਜ਼ਿਆਦਾ ਅਸਰ ਪਏਗਾ, ਬਸ਼ਰਤੇ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੈ ਨੇ ਜਿਹੜੀਆਂ ਕਿ ਅਫੋਰਡ ਕਰ ਸਕਦੀਆਂ ਹੈ ਨੇ ਕਿ ਦੁਆਰਾ ਆਨਲਾਈਨ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ, ਆਨਲਾਈਨ ਬਿਜ਼ਨਸਿਸ ਕਰਨ। ਹੁਣ ਜੇ ਐਮਾਜ਼ੋਨ ਹੀ ਹੈ, ਦੇ ਆਰ ਇਟਸ ਗਰੋਇੰਗ ਲਾਈਕ ਲੀਪਸ ਐਂਡ ਬਾਉਂਡ ਨਾਊ ਦਾ ਡੇਜ਼। ਬਿਲਕੁਲ, ਕਿਉਂਕਿ ਯਾਰ ਸਭ ਤੋਂ ਜ਼ਿਆਦਾ ਬਿਜ਼ੀ ਹੈ ਜਿਹੜੇ ਐਮਾਜ਼ੋਨ ਹੈ ਜਾਂ ਉਸ ਤਰ੍ਹਾਂ ਜਿਹੜੀਆਂ ਵੀ ਆਨਲਾਈਨ ਕੰਪਨੀਆਂ ਹੈਗੀਆਂ ਨੇ, ਜਿਹੜੇ ਆਨਲਾਈਨ ਜਿਹੜੇ ਸਟੋਰ ਵੀ ਨੇ, ਜਿਹੜਾ ਈ-ਕਾਮਰਸ ਹੈ ਉਹ ਜ਼ਿਆਦਾ ਪਪੂਲਰ ਤੇ ਜ਼ਿਆਦਾ ਵੱਧ ਰਿਹਾ। ਬਿਲਕੁਲ ਜੀ, ਬਿਲਕੁਲ। ਇਸ ਤਰ੍ਹਾਂ ਜਿਵੇਂ ਫੂਡ ਇੰਡਸਟਰੀ ਹੈ ਉਹਨੂੰ ਬਹੁਤ ਟਾਈਮ ਲੱਗ ਸਕਦਾ ਹੈਗਾ ਉਸ ਚੀਜ਼ ਨੂੰ, ਕਿਉਂਕਿ ਫੂਡ ਇੰਡਸਟਰੀ ਸਾਨੂੰ ਬਿਗੇਸਟ ਕੰਟਰੀਬਿਊਟਰ ਹੈ ਸਾਡੀ ਇਕਨੋਮੀ ਵਿੱਚ, ਵਨ ਆਫ ਦਾ ਬਿਗੇਸਟ ਆਪਾਂ ਕਹਿ ਸਕਦੇ ਕੰਟਰੀਬਿਊਟਰ ਹੈ। ਹਾਂਜੀ। ਸੋ ਉਹਦੇ ਉਸ ਸੈਕਟਰ ਵਿੱਚ ਜਿਹੜੇ ਇੰਪਲੋਈ ਜਿੰਨੇ ਹੈ ਨੇ ਉਹ ਸ਼ਾਇਦ ਆਪਣੇ ਆਪ ਨੂੰ ਸਸਟੇਨ ਨਾ ਕਰ ਪਾਉਣ ਉਸ ਜਗ੍ਹਾ 'ਤੇ ਜਾ ਕੇ।
ਸੋ ਇਸ ਤਰ੍ਹਾਂ ਦੇ ਜਿਹੜੇ ਬਾਕੀ ਕਈ ਬਹੁਤ ਸਾਰੀ ਚੀਜ਼ਾਂ ਨੇ ਜਿਹਦੇ ਵਿੱਚ ਜਿਹੜੇ ਇਹ ਡਿਪੈਂਡ ਕਰਦਾ ਹੁਣ ਵੀ ਤੁਸੀਂ ਜਿਹੜੇ ਵੀ EMPLOYEES ਨੇ ਉਹ ਉਹਨਾਂ ਦੀ ਜਦ ਜੌਬ ਗਈ ਹੈ ਉਹ ਕਿਹੜੇ ਸੈਕਟਰ ਵਿੱਚ ਗਈ ਹੈ। ਦੈਟ ਇਜ਼ ਦ ਮੋਸਟ ਇੰਪੋਰਟੈਂਟ ਪਾਰਟ ਟੂ ਸੀ ਆਨ ਟਰਮ ਦੇ ਵਿੱਚ। ਬਿਲਕੁਲ, ਕਿਉਂਕਿ ਜਦੋਂ ਹੁਣ ਜਿਹੜੇ ਸੈਕਟਰ ਖੁੱਲਣਗੇ, ਜਦੋਂ ਉੱਥੇ EMPLOYEES ਦੁਆਰਾ ਮੁੜ ਕੇ ਜਾਣਗੇ, ਉੱਥੇ ਪ੍ਰੋਡਕਸ਼ਨ ਜੇ ਪ੍ਰੋਡਕਸ਼ਨ ਹੋ ਰਹੀ ਤੇ ਪ੍ਰੋਡਕਸ਼ਨ ਸ਼ੁਰੂ ਹੋਵੇਗੀ ਜਾਂ ਹੋਰ ਕੋਈ ਸਰਵਿਸ ਇੰਡਸਟਰੀ ਹੈ ਉੱਥੇ ਕੰਮਕਾਜ ਸ਼ੁਰੂ ਹੋਵੇਗਾ, ਤਾਂ ਹੀ ਜਿਹੜੀ ਉਹ ਪੈਸਾ ਸਰਕੂਲੇਸ਼ਨ ਦੇ ਵਿੱਚ ਆਵੇਗਾ, ਤਾਂ ਹੀ ਉਹ ਇਕੋਨਮੀ ਦੇ ਵਿੱਚ ਆਪਣਾ ਹਿੱਸਾ ਪਾਵੇਗਾ, ਤਾਂ ਹੀ ਮਾੜਾ ਮੋਟਾ ਜਿਹੜਾ ਇਕੋਨਮੀ ਨੂੰ ਫਰਕ ਪੈਣਾ। ਦੇਖੋ ਜੀ, ਕੋਈ ਇੰਡਸਟਰੀ ਹੈ ਸਪੋਜ਼ ਉਹ ਉੱਥੇ ਅਰਾਊਂਡ ਉਹ ਆਪਣੀ 50% ਆਫ ਦਾ ਸਟਰੈਂਥ EMPLOYEES ਨਾਲ ਕੰਮ ਕਰ ਰਹੀ ਹੈ। ਬਿਲਕੁਲ, ਹਾਂਜੀ। ਉਹਨਾਂ ਨੂੰ ਲੱਗਦਾ ਕਿ ਮੈਂ ਪਹਿਲਾਂ 100% EMPLOYEES ਨਾਲ ਕੰਮ ਕਰ ਰਹੇ ਸੀ ਤੇ ਮੇਰੀ ਗਰੋਥ ਇੰਨੀ ਸੀ ਔਰ ਮੇਰੇ ਖਰਚੇ ਇੰਨੇ ਸੀ ਤੇ ਅੱਜ ਮੈਂ ਜਿਵੇਂ 50% ਨਾਲ ਆਪ ਕੰਮ ਕਰ ਰਹੇ ਹਾਂ ਤਾਂ ਵੀ ਮੈਂ ਸਸਟੇਨ ਕਰ ਰਹੀ ਹਾਂ, ਪਰ ਤਾਂ ਵੀ ਜਿਹੜੇ ਮੇਰੀ ਖਰਚੇ ਘਟਾ ਕੇ ਜਿਹੜੀ ਮੇਰੀ ਗਰੋਥ ਹੈ ਉਹਨੂੰ ਲੱਗ ਰਹੀ ਹੈ ਉੱਥੇ ਗਰੋਥ ਹੈ। ਸੋ ਕਿਉਂ ਬਾਕੀ 50% ਨੂੰ ਉਹ ਕਾਲ ਕਰਨਗੇ? ਸੋ ਜੇ ਮੈਨੂੰ ਇਹ ਲੱਗਦਾ ਇਸ ਚੀਜ਼ ਨੂੰ ਕਿ ਆਉਣ ਟਾਈਮ 'ਚ 20% ਦਾ ਜੌਬਸ ਤੁਹਾਨੂੰ ਪਰਮਾਨੈਂਟਲੀ ਜਾਣਗੀਆਂ ਉਸ ਚੀਜ਼ ਦੇ ਵਿੱਚ। ਮਤਲਬ ਉਹਨਾਂ ਨੂੰ ਵਾਪਸ ਕੰਮ ਤੇ ਸ਼ਾਇਦ ਨਾ ਬੁਲਾਇਆ ਜਾਵੇ, ਕਿਉਂਕਿ ਕੰਪਨੀ ਨੂੰ ਜਿਹੜਾ ਬਿਜ਼ਨਸ ਨੂੰ ਇਹ ਲੱਗੇਗਾ ਕਿ ਅਸੀਂ 80% ਨਾਲ ਵੀ ਅਸੀਂ ਉਨੀ ਵਧੀਆ ਕੰਮ ਕਰ ਸਕਦੇ ਹਾਂ ਜਿੰਨਾ ਅਸੀਂ ਬਾਕੀ ਜਿਹੜੇ 20% ਜਿਹੜੀ ਬਾਕੀ EMPLOYEE ਹੈ, ਜਿਹੜੀ EMPLOYEE ਫੋਰਸ ਹੈ, ਉਹ ਸਾਨੂੰ ਲੋੜ ਨਹੀਂ ਹੈਗੀ ਹੈ। ਸੋ ਉਹ ਚੀਜ਼ ਬਹੁਤ ਵੱਡਾ ਫੈਕਟਰ ਆਏਗਾ ਜਿਹਨੂੰ ਅੱਜ ਆਪਾਂ ਨਹੀਂ ਸੋਚ ਰਹੇ, ਨਹੀਂ ਅਣਦੇਖਾ ਕਰ ਰਹੇ ਹਾਂ ਉਸ ਚੀਜ਼ ਨੂੰ, ਕਿਉਂਕਿ ਦੇਰ ਹਿਡਨ ਥਿੰਗਸ ਜਿਹੜੀਆਂ ਕਿ ਹੌਲੀ ਸਾਡੇ ਇਹਦੇ ਡਿਊ ਟੂ ਜਿਹੜਾ ਕੋਵਿਡ ਹੈ ਇਹਦੇ ਆਉਣਗੇ ਸਾਡੇ ਸਾਹਮਣੇ ਇਹ ਚੀਜ਼ ਦੇਖਣ ਨੂੰ ਮਿਲਣਗੀਆਂ। ਬਿਨਾਂ ਸ਼ੱਕ ਕੋਵਿਡ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜਿਵੇਂ ਕਿ ਹਰਕੀਰਤ ਹੋਣੀ ਵੀ ਕਹਿ ਰਹੇ ਨੇ ਚੇਂਜ ਹੋਣੀਆਂ ਨੇ ਤੇ ਹੁਣ ਜਾ ਵੀ ਰਹੀਆਂ ਨੇ। ਹੁਣ ਜੇ ਆਪਾਂ ਅੰਟਾਰੀਓ ਦੀ ਗੱਲ ਕਰੀਏ, ਸਟੇਜ 2 ਜਿਹੜੀ ਹੈ ਉੱਥੇ ਹੁਣ ਖੁੱਲ੍ਹ ਗਈ ਹੈ, ਪਰ ਸਟੇਜ 2 ਸਾਰੇ ਅੰਟਾਰੀਓ ਦੇ ਵਿੱਚ ਨਹੀਂ ਖੁੱਲ੍ਹੀ। ਹੁਣ ਜਿੱਥੇ ਨਹੀਂ ਖੁੱਲ੍ਹੀ ਉੱਥੇ ਦੇ ਜਿਹੜੇ ਬਿਜ਼ਨਸ ਅਜੇ ਵੀ ਬੰਦ ਪਏ ਨੇ। ਕੁਦਰਤੀ ਗੱਲ ਹੈ, ਜਦੋਂ ਉਹ ਬਿਜ਼ਨਸ ਬੰਦ ਪਏ ਨੇ ਤੇ ਉਹਨਾਂ ਦਾ ਵੀ ਜਿਹੜਾ ਬੈਡ ਇਫੈਕਟ ਇਕੋਨਮੀ ਦੇ ਉੱਤੇ ਪੈਣਾ ਹੀ ਪੈਣਾ। ਸੋ ਜਦੋਂ ਖੁੱਲ੍ਹਣਗੇ ਵੀ ਉਸ ਤੋਂ ਬਾਅਦ ਇਹ ਨਹੀਂ ਗਾ ਵੀ ਜਦੋਂ ਖੁੱਲ੍ਹੇ ਉਸ ਟਾਈਮ ਹੀ ਉਹ ਜਿਹੜਾ ਉਹਦਾ ਰਿਵਾਈਵਲ ਸ਼ੁਰੂ ਹੋ ਜਾਣਾ, ਉਹਨੂੰ ਵੀ ਸਮਾਂ ਲੱਗਣਾ। ਸੋ ਆਉਣ ਵਾਲੇ ਸਮੇਂ ਵਿੱਚ ਇਹ ਦੇਖਿਆ ਜਾਵੇਗਾ ਵੀ ਜਿਹਦਾ ਪੈਂਡੈਮਿਕ ਦਾ ਰਿਪਲ ਇਫੈਕਟ ਬੜੇ ਲੰਬੇ ਸਮੇਂ ਤੱਕ ਦੇਖਣ ਨੂੰ ਆਪਾਂ ਨੂੰ ਮਿਲੇਗਾ। 2020 ਤਾਂ ਇਸੇ ਤਰ੍ਹਾਂ ਹੀ ਚੱਲੇਗਾ। ਸੋ 2021 ਦੇ ਵਿੱਚ ਮਾੜੀ ਮੋਟੀ ਕਿਤੇ ਇੰਪਰੂਵਮੈਂਟ ਦੇਖਣ ਨੂੰ ਮਿਲ ਸਕਦੀ ਹੈ। ਦੇਖੋ, ਜੋ ਜਿਹੜੇ ਐਕਸਪਰਟਸ ਨੇ ਉਹ ਇਹ ਕਹਿ ਰਹੇ ਨੇ ਕਿ ਟੋਟਲ ਰਿਕਵਰੀ ਜਿਹੜੀ ਹੈ ਉਹ ਅਰਾਊਂਡ 18 ਤੋਂ 24 ਮਹੀਨੇ ਦੇ ਵਿੱਚ ਹੋਏਗੀ। ਸੋ ਆਪਾਂ ਅੱਜ ਦੀ ਸਿਚੁਏਸ਼ਨ, ਆਪਾਂ ਅੱਜ ਦੇ ਹਾਲਾਤ ਦੇਖ ਕੇ, ਅੱਜ ਦੀਆਂ ਕੰਡੀਸ਼ਨਸ ਐਂਡ ਸਰਕਮਸਟੈਂਸਿਸ ਦੇਖ ਕੇ ਉਹ ਇਹ ਗੱਲ ਕਰ ਰਹੇ ਨੇ। ਉਹਨਾਂ ਦਾ ਜੋ ਇਹ ਕੈਲਕੂਲੇਸ਼ਨ ਹੈ, ਉਹਨਾਂ ਦਾ ਜੋ ਇਹ ਭਵਿੱਖਬਾਣੀ ਹੈ, ਉਹ ਕਿੰਨੀ ਸਹੀ ਨਿਕਲਦੀ ਹੈ ਔਰ ਕਿੰਨੀ ਉਸ ਚੀਜ਼ ਦੇ ਵਿੱਚ ਉਹਨਾਂ ਨੂੰ ਜਾਂ ਗਲਤ ਨਿਕਲਦੀ ਹੈ, ਇਹ ਸਾਨੂੰ 2021 ਦੇ ਵਿੱਚ ਪਤਾ ਲੱਗੇਗਾ। ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਦੇਖ ਰਹੇ ਸੀ ਸਟਾਰ ਟਾਕ। ਹਰਕੀਰਤ ਜੀ, ਤੁਸੀਂ ਅੱਜ ਦੀ ਚਰਚਾ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਗਰਲ ਸਾਹਿਬ। ਤੇ ਤੁਸੀਂ ਦੇਖਦੇ ਰਹੋ ਪੰਜਾਬ ਸਟਾਰ TV। ਅੱਜ ਦਾ ਜਿਹੜਾ ਸਟਾਰ ਟਾਕ ਐਪੀਸੋਡ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰਾਂ ਦੇ ਉੱਪਰ ਸਾਂਝੇ ਕਰ ਸਕਦੇ ਹੋ, ਜਾਂ ਤੁਹਾਨੂੰ ਈਮੇਲ ਦੇ ਰਾਹੀਂ ਵੀ ਸਾਡੇ ਆਪਣੇ ਵਿਚਾਰ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।